बिस्मिल्लाहिर्रहमानिर्रहीम। परसों वाले ਵੀਲੌਗ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਜਿਵੇਂ ਕਾਇਨਾਤ ਤਖਲੀਕ ਹੋਈ ਤੇ ਉਸ ਤੋਂ ਬਾਅਦ ਅਸੀਂ ਉਸ ਸਾਰੀ ਸਟੋਰੀ ਜਿਹੜੀ ਅਸੀਂ ਪਹੁੰਚੇ ਸਾਂ ਬਾਬਾ ਜੀ ਤੱਕ ਕਿ ਬਾਬਾ ਜੀ ਆਦਮ अलैहिस्सलाम ਉਹਨਾਂ ਦੀ ਤਖਲੀਕ ਹੋ ਗਈ। ਉਹ ਜ਼ਮੀਨ ਤੇ ਨਹੀਂ ਬਲਕਿ ਜੰਨਤ 'ਚ ਆ ਗਏ ਔਰ ਜੰਨਤ ਤੋਂ ਦੇ ਵਿੱਚ ਜਿਹੜੇ ਮਸਾਇਲ ਦਾ ਸਾਹਮਣਾ ਕਰਨਾ ਪਿਆ ਉਹ ਸ਼ੈਤਾਨ ਨੇ ਤੰਗ ਕੀਤਾ ਤੇ ਉਹਨੇ ਬਹਿਕਾਇਆ ਤੇ ਉਹ ਜਿਹੜੇ ਰੁੱਖ ਦੇ ਕੋਲੋਂ ਕੁਛ ਖਾਣੀ ਨਹੀਂ ਸੀ ਜਾ ਕੇ ਉਹ ਖਾ ਲਈ, ਗਲਤੀ ਹੋ ਗਈ ਤੇ ਬਾਬਾ ਜੀ ਫਿਰ ਉਹ ਜੰਨਤ ਦੇ ਵਿੱਚੋਂ ਅੰਮਾ ਜੀ ਨੂੰ ਤੇ ਬਾਬਾ ਜੀ ਨੂੰ ਜਿਹੜਾ ਉਹ ਸਜ਼ਾ ਦੇ ਤੌਰ ਤੇ ਕਹਿ ਲਓ ਬਲ ਗਲਤੀ ਉਹਨਾਂ ਦੀ ਮਾਫੀ ਵੀ ਦੇ ਦਿੱਤੀ, ਲੇਕਿਨ ਅੱਲਾਹ ਤਾਲਾ ਨੇ ਫਰਮਾਇਆ ਕਿ ਵੀ ਤੁਸੀਂ ਹੁਣ ਚੱਲਣਾ ਥੱਲੇ ਜ਼ਮੀਨ ਤੇ ਚਲੇ ਜਾਓ, ਤੁਸੀਂ ਹੁਣ ਇੱਕ ਖਾਸ ਵਕਤ ਤੱਕ ਤੁਸੀਂ ਤੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਉੱਥੇ ਰਹਿਣਾ ਹੈ। ਤੇ ਫਿਰ ਇੱਥੇ ਹੁਣ ਤੁਹਾਡੇ ਵਾਸਤੇ ਇਮਤਿਹਾਨ ਹੈ ਵੀ ਇੱਕ ਪਾਸੇ ਮੇਰੀ ਪਾਰਟੀ ਤੇ ਇੱਕ ਪਾਸੇ ਸ਼ੈਤਾਨ ਦੀ ਪਾਰਟੀ ਹੈ, ਉਹ ਕਿੱਥੋਂ ਤੱਕ ਤੁਹਾਨੂੰ ਖਰਾਬ ਕਰਦਾ ਹੈ। ਤੇ ਜਿਹੜੇ ਮੇਰੇ ਨਾਲ ਹੋਣਗੇ ਨਾ ਖਲੋਤੇ, ਉਹ ਜਦੋਂ ਇਹ ਦੁਨੀਆ ਮੁੱਕ ਜਾਏਗੀ ਇੱਕ ਦਿਨ ਹਿਸਾਬ ਕਰਾਂਗੇ ਨਾ ਸਾਰਿਆਂ ਦਾ, ਤੇ ਜਿਹੜੇ ਉਹਦੀ ਪਾਰਟੀ ਹੋਏ ਉਹਨਾਂ ਨੂੰ ਤੇ ਦੋਜ਼ਖ ਸੁੱਟਾਂਗਾ ਤੇ ਜਿਹੜੇ ਮੇਰੀ ਪਾਰਟੀ ਹੋਏ ਉਹ ਜਿਹੜਾ ਉਹ ਜੰਨਤ ਹੀ ਦਾਖਲ ਹੋਣਗੇ ਤੇ ਉਹਨਾਂ ਦੀਆਂ ਬੜੀਆਂ ਮੌਜਾਂ ਹੋਣਗੀਆਂ। ਅੱਛਾ, ਹੁਣ ਇੱਥੋਂ ਹੀ ਗੱਲ ਸ਼ੁਰੂ ਕਰਨੇ ਆ ਕਿ ਇਹ ਤਾਰੀਖ ਜਿਹੜੀ ਹੈ ਨਾ, ਜਿੱਥੇ ਜਿੱਥੇ ਤੇ ਕੁਰਾਨ ਦਾ ਕੋਈ ਹਵਾਲਾ ਆਏਗਾ ਨਾ ਤੇ ਮੈਂ ਤੁਹਾਨੂੰ ਦੱਸਾਂਗਾ ਵੀ ਇਹ ਗੱਲ ਕੁਰਾਨ ਦੀ ਹੈ। ਇਹ ਹਾਲੀ ਤੱਕ ਜਿਹੜੀ ਤਾਰੀਖ ਹੁਣ ਅੱਗੋਂ ਬਾਬਾ ਜੀ ਤੋਂ ਬਾਅਦ ਆਉਣੀ ਹੈ ਨਾ, ਜਿਵੇਂ ਕੁਝ ਚੀਜ਼ਾਂ ਦਾ ਕੁਰਾਨ ਵਿੱਚ ਤਜ਼ਕਰਾ ਹੈਗਾ ਕਿ ਬਾਬਾ ਜੀ ਦੀ ਤਖਲੀਕ ਕਿਵੇਂ ਕੀਤੀ ਗਈ, ਫਿਰ ਉਹਦੇ ਵਿੱਚ ਅੱਗੇ ਉਹਨਾਂ ਦੇ ਜਿਹੜੇ ਬੇਟੇ ਸਨ ਕਾਬੀਲ ਤੇ ਹਾਬੀਲ ਉਹਨਾਂ ਦਾ ਵੀ ਜ਼ਿਕਰ ਹੁੰਦਾ ਹੈ, ਅੰਮਾ ਜੀ ਦਾ ਵੀ ਜ਼ਿਕਰ ਇਸ ਤਰ੍ਹਾਂ ਹੁੰਦਾ ਹੈ। ਲੇਕਿਨ ਬਾਕੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਕਿ ਉਹ ਕਈ ਸਵਾਲ ਜਿਹੜੇ ਨਾ ਉਹ ਇਸ ਤਰ੍ਹਾਂ ਬਸ ਚੱਲਦੇ ਰਹਿੰਦੇ ਨੇ, ਉਹਨਾਂ ਦੀ ਕੋਈ ਬੁਨਿਆਦ ਨਹੀਂ ਹੁੰਦੀ। ਬਸ ਐਵੇਂ ਜਿਵੇਂ ਆਂਦੇ ਨੇ ਟੇਵੇ, ਉਹ ਟੇਵੇ ਹੀ ਲੋਕੀ ਜਿਹੜੇ ਨੇ ਉਹ ਲਾਉਂਦੇ ਰਹਿੰਦੇ ਨੇ, ਗੈਸ ਲਾਉਂਦੇ ਰਹਿੰਦੇ ਨੇ ਬਈ ਇਹ ਫਲਾਣਾ ਇੰਜ ਹੋਇਆ ਹੋਣਾ। ਔਰ ਆਮ ਤੌਰ ਤੇ ਇਹ ਜਿਹੜੇ ਸਾਇੰਸਦਾਨ ਨੇ ਨਾ, ਇਹਨਾਂ ਨੇ ਕਿਤੋਂ ਹੱਡੀਆਂ ਫੜੀਆਂ, ਕਿਤੋਂ ਪੱਥਰ ਫੜੇ ਤੇ ਕਿਤੋਂ ਹੋਰ ਸ਼ੈਵਾਂ ਲੱਭਦਿਆਂ ਅਖੀਰ ਫਿਰ ਆਪਣੀ ਰਿਪੋਰਟ ਬਣਾਉਂਦੇ ਨੇ ਕਿ ਜੀ ਅਸੀਂ ਵੇਖੀ ਹੈ ਹੱਡੀ ਇੰਨੇ ਸਾਲ ਪੁਰਾਣੀ ਹੈ। ਤੇ ਉਹ ਕਹਿੰਦੇ ਨਾ ਕਿ ਆ ਜਿਹੜੇ ਹੋਮੋਸੇਪੀਅਨ ਹੁੰਦੇ ਹਨ ਬੰਦੇ, ਜਿਹੜੇ ਨੇ ਪਹਿਲੋਂ ਬਾਂਦਰ ਹੁੰਦੇ ਹਨ ਫਿਰ ਹੌਲੀ ਹੌਲੀ ਇਹ ਬੰਦੇ ਬਣੇ। ਇਹ ਗੱਲ ਤੇ ਅਸੀਂ ਤਾਂ ਨਹੀਂ ਮੰਨਦੇ ਨਾ ਇਸ ਵਾਸਤੇ ਕਿ ਇਹ ਤੇ 100% ਗਲਤ ਹੈ। ਇਹ ਤੇ ਕੁਰਾਨ ਨੇ ਦੱਸ ਛੜਿਆ ਗਲਤ ਹੈ ਕਿ ਬਾਬਾ ਜੀ ਤੋਂ ਪਹਿਲੋਂ ਜਦ ਬੰਦਾ ਹੀ ਕੋਈ ਨਹੀਂ ਸੀ ਤੇ ਬਾਂਦਰ ਕਿੱਥੋਂ ਬਣ ਗਏ, ਬਾਂਦਰ ਅਸੀਂ ਕਿੱਥੋਂ ਸਾਂ ਤੇ ਫਿਰ ਬੰਦੇ ਕਿਵੇਂ ਬਣ ਗਏ। ਇਸ ਵਾਸਤੇ ਉਹਦੇ ਨਾਲ ਤੇ ਗੱਲ ਉਂਝ ਹੀ ਮੁੱਕ ਗਈ ਕਿ ਕੁਰਾਨ ਨੇ ਦੱਸ ਛੜਿਆ ਵੀ ਉਹ ਗੱਲ ਗਲਤ ਹੈ। ਹੁਣ ਬਾਬਾ ਜੀ ਤੇ ਅੰਮਾ ਜੀ ਦਾ ਪਹਿਲਾ ਸਵਾਲ ਜਿਹੜਾ ਹੈਗਾ ਨਾ ਕਿ ਜ਼ਮੀਨ ਤੇ ਉਤਰੇ ਕਿੱਥੇ। ਇਹ ਜ਼ਮੀਨ ਤੇ ਜਿਹੜਾ ਲਿਟਰੇਚਰ ਦੱਸਦਾ, ਜਿਹੜਾ ਮੈਂ ਵਹਿੰਦਾ ਰਿਹਾ ਅੱਜ, ਤੇ ਉਹਦੇ ਮੁਤਾਬਕ ਇਹ ਆ ਕਿ ਸਿਲੋਨ, ਜਿਹਨੂੰ ਹੁਣ ਸ੍ਰੀਲੰਕਾ ਆਂਦੇ ਨਾ, ਉੱਥੇ ਇੱਕ ਪਹਾੜ ਹੈ, ਉਹਦੀਆਂ ਤਸਵੀਰਾਂ ਮੈਂ ਲੱਭੀਆਂ ਨੇ। ਪਰ ਉਹ ਪਹਾੜ ਜਿਹੜਾ ਨਾ ਉਹਨੂੰ ਆਦਮ ਦਾ ਪਹਾੜ ਹੀ ਕਹਿੰਦੇ ਨੇ। ਉਹਦੇ ਉਹ ਚੋਟੀ ਤੇ ਕਰਕੇ ਜਿਹੜਾ ਉੱਥੇ ਆਂਦੇ ਨੇ ਕਿ ਬਾਬਾ ਜੀ ਦਾ ਜਿਹੜਾ ਕਦਮ ਹੈ ਨਾ, ਉਹਦਾ ਹਾਲੀ ਵੀ ਨਿਸ਼ਾਨ ਮੌਜੂਦ ਹੈ। ਔਰ ਉਹ ਬਾਬਾ ਜੀ ਦਾ ਜਿਹੜਾ ਕਦਮ ਹੈ ਉਹਦੀ ਕਹਿੰਦੇ ਨੇ ਜੀ ਕਿ ਜੇ 5 ਫੁੱਟ 7 ਇੰਚ ਬਾਬਾ ਜੀ ਦਾ ਕਦਮ ਲੰਮਾ ਸੀ ਤੇ 2.5 ਫੁੱਟ ਜਿਹੜਾ ਉਹ ਕਦਮ ਜਿਹੜਾ ਉਹ ਚੌੜਾ ਸੀ। ਤੇ ਇਹ ਬਾਬਾ ਜੀ ਪਹਿਲੇ ਪੈਗੰਬਰ ਸਨ, ਅੱਲਾਹ ਤਾਲਾ ਦੇ ਪਹਿਲੇ ਪੈਗੰਬਰ, ਪਹਿਲੇ ਇਨਸਾਨ ਤੇ ਪਹਿਲੇ ਹੀ ਪੈਗੰਬਰ। ਇਹਨਾਂ ਦੀ ਜਿਹੜੀ ਹਾਈਟ ਦੱਸਦੇ ਨੇ ਵੀ ਕੱਦ ਇਹਨਾਂ ਦਾ ਬੜਾ ਕੱਦ ਸੀ ਕਿ ਤੇ ਬੜੀ ਗੱਲ, ਮੈਂ ਤੇ ਹੈਰਾਨ ਹੋਇਆ। ਉਹ ਆਂਦੇ ਨੇ ਹੈ ਵੀ 60 ਹੱਥ 60 ਹੱਥ ਉਹਨੂੰ ਆਂਦੇ ਕਿਊਬਿਟ, ਵੀ 60 ਹੱਥ ਸੀ ਕੱਦ ਇਹਨਾਂ ਦਾ। 60 ਹੱਥ ਦਾ ਮਤਲਬ 90 ਫੁੱਟ ਹੈ। ਆਮ ਤੌਰ ਤੇ 1.5 ਫੁੱਟ ਦਾ ਜਿਹੜਾ ਨਾ ਉਹ ਇੱਕ ਹੱਥ ਹੁੰਦਾ ਹੈ। ਤੇ ਇਹ 90 ਫੁੱਟ ਦੇ ਸਨ ਬਾਬਾ ਜੀ। ਤੇ ਬਾਬਾ ਜੀ ਦੀ ਉਮਰ ਜਿਹੜੀ ਹੈ ਨਾ ਉਹ 930 940 ਤੁਸੀਂ ਕਹ ਲਓ 1000 ਸਾਲ ਸੀ। ਵੀ ਉਹ 1000 ਸਾਲ ਜਿਹੜਾ ਨਾ ਬਾਬਾ ਜੀ ਉਹ ਇਸ ਦੁਨੀਆ ਤੇ ਰਹੇ। ਅੱਗੋਂ ਇਹ ਦੱਸਿਆ ਜਾਂਦਾ ਵੀ ਬਾਬਾ ਜੀ ਦੀ ਜਿਹੜੀ ਔਲਾਦ ਸੀ ਨਾ ਉਹਦੇ ਚ ਕਈ ਗੱਲਾਂ ਕੀਤੀਆਂ ਜਾਂਦੀਆਂ। ਕੁਝ ਲੋਕਾਂ ਦਾ ਖਿਆਲ ਹੈ ਕਿ 40 ਨਿਆਣੇ ਜੰਮੇ ਸਨ, ਔਰ ਕੁਝ ਆਂਦੇ ਨੇ ਜੀ ਕਿ 40 ਨਿਆਣੇ ਜਿਹੜੇ ਨਾ ਉਹ ਜੰਮੇ ਸਨ 20 ਪ੍ਰੈਗਨੈਂਸੀਆਂ ਤੋਂ। ਜਿਹੜਾ ਅੰਮਾ ਜੀ ਤੇ ਜਿਹੜਾ ਕਿ ਉਹ 20 ਦੂਣੇ 40 ਜਦੋਂ ਜੰਮਦਾ ਸੀ, ਚੌੜਾ ਜੰਮਦਾ ਸੀ ਨਾ, ਤੇ ਜੋੜੇ ਜੰਮਦੇ 20 ਦੂਣੇ 40। ਲੇਕਿਨ ਕਈ ਜਗ੍ਹਾ ਤੇ 120 ਪ੍ਰੈਗਨੈਂਸੀਆਂ ਦੀ ਵੀ ਗੱਲ ਹੁੰਦੀ ਹੈ। ਵੱਲਾਹੁ ਆਲਮ, ਏਡੀ ਤਫਸੀਲ ਚ ਜਾਣ ਦੀ ਕਾਹਦੀ ਲੋੜ ਹੈ। ਤੁਸੀਂ 40 ਦੀ ਗੱਲ ਮੁਕਾਓ ਵੀ ਕੋਈ ਨਹੀਂ 40 ਹਸਨ ਤੇ ਬਸ ਠੀਕ ਹੈ। ਉਹ 40 400 ਚੱਲ ਜਿਹੜਾ ਉਹ ਅੱਗੇ ਫਿਰ ਨਸਲ ਹੋਣ ਤੱਕ ਜਿੱਥੋਂ ਤੱਕ ਵੱਧਦੀ ਹੈ ਆਈ ਹੈ ਤੁਹਾਡੇ ਸਾਹਮਣੇ ਆ।
ਅੱਛਾ, ਮੈਂ ਸਵਾਲ ਪੁੱਛਦਾ ਰਿਹਾ ਇੱਥੋਂ ਇੰਟਰਨੈਟ ਤੋਂ ਨਾ ਚਾਰਜ, ਫਿਰ ਚਾਚੇ ਗੂਗਲ ਕੋਲੋਂ, ਭਈ ਇਹ ਅੰਮਾ ਜੀ ਦੀ ਉਮਰ ਕਿੰਨੀ ਸੀ। ਅੱਛਾ, ਹੈਰਾਨੀ ਵਾਲੀ ਗੱਲ ਹੈ ਵੀ ਇਸਲਾਮ ਦੇ ਜਿੰਨੇ ਰੈਫਰੈਂਸ ਨੇ ਨਾ, ਇਹਨਾਂ ਵਿੱਚ ਬਾਬਾ ਜੀ ਦੀ ਗੱਲ ਤੇ ਬੜੀ ਹੁੰਦੀ ਹੈ। ਅੰਮਾ ਨੂੰ ਪਤਾ ਨਹੀਂ ਕਿਉਂ ਭੁੱਲ ਗਏ ਨੇ। ਇਹ ਬਹਾਲੀ ਤੱਕ ਵੀ ਵਾਧਾ ਹੈਗਾ, ਪਤਾ ਨਹੀਂ ਇਹ ਕੋਈ ਤਸੱਸੁਰ ਸੀ ਪੁਰਾਣੇ ਜ਼ਮਾਨੇ 'ਚ ਇਸ ਗੱਲ ਦਾ, ਤਾਰੀਖ ਦਾ, ਕਿ ਬੁੱਢੀਆਂ ਦੀ ਗੱਲ ਹੀ ਨਹੀਂ ਕਰਨੀ। ਇਹ ਹੁਣ ਅੱਜ ਕੱਲ੍ਹ ਵੀ ਜਿਹੜਾ ਉਹੀ ਗੱਲ ਹੈ ਵੀ ਧੱਕੇ ਨਾਲ ਤੇ ਆਪਣੇ ਹਕੂਕ ਲੈ ਲੈਂਦੀਆਂ ਨੇ, ਵੀ ਸਾਡਾ ਇਹ ਹੱਕ ਹੈ ਤੇ ਸਾਡਾ ਇਹ ਹੱਕ ਹੈ। ਉਂਝ ਕਈ ਵਾਰੀ ਆਪਣੇ ਜਿਹੜੇ ਹੱਥਾਂ ਤੋਂ ਵੱਧ ਵੀ ਜਾਂਦੀਆਂ ਨੇ। ਤੇ ਬਹਰਹਾਲ ਅੰਮਾ ਜੀ ਦੀ ਉਮਰ ਦਾ ਕੋਈ ਇੱਥੇ ਤਅਯਨ ਲਿਖਿਆ ਕੋਈ ਨਹੀਂ। ਉਂਝ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਕਿ ਕਾਬੀਲ ਤੇ ਹਾਬੀਲ ਇਹ ਮੁੰਡੇ ਹਨ ਦੋ, ਇਹ ਜਿਹੜੇ ਜੰਮੇ ਹਨ, ਤੇ ਫਿਰ ਉਹ ਕਾਬੀਲ ਜਿਹੜਾ ਹੈ, ਇਹ ਅੱਗੋਂ ਔਲਾਦ ਚ ਬਾਬਾ ਹੀ ਤੇ ਬਣੇ ਸਨ ਨਾ, ਮਿੱਟੀ ਦੇ ਡਾਇਰੈਕਟ। ਤੇ ਜਿਹੜੀ ਇਨਸਾਨੀ ਔਲਾਦ ਇੱਕ ਔਰਤ ਤੇ ਇੱਕ ਮਰਦ ਤੋਂ ਜੰਮੀ, ਉਹਦਾ ਪਹਿਲੀ ਔਲਾਦ ਜਿਹੜੀ ਉਹ ਕਾਬੀਲ ਸੀ। ਔਰ ਕਾਬੀਲ ਤੇ ਇੱਕ ਹੋਰ ਵੀ ਉਹਨੂੰ ਸ਼ਰਫ ਹਾਸਲ ਹੈਗਾ ਕਿ ਕਾਬੀਲ ਪਹਿਲਾ ਕਾਤਲ ਸੀ ਇਸ ਦੁਨੀਆ ਦੇ ਵਿੱਚ। ਪਹਿਲਾ ਕਾਤਲ ਜਿਹੜਾ ਨਾ ਆਪਣੇ ਭਰਾ ਦਾ, ਉਹ ਕਾਬੀਲ ਸੀ। ਔਰ ਇਹ ਹੁਣ ਵੇਖੋ ਨਾ, ਉਹਨੇ ਕੰਮ ਤੇ ਭੈੜਾ ਕੀਤਾ ਤੇ ਉਹ ਫਿਰ ਸਾਰੀ ਉਮਰ ਗਾਂ ਵਿੱਚ ਜਿੰਨੀ ਦੁਨੀਆ ਰਹਿੰਦੀ ਹੈ, ਇਹ ਚੇਤਾ ਤੇ ਰਹਿਣਾ ਇਸ ਗੱਲ ਦਾ ਕਿ ਇਹ ਕਾਬੀਲ ਨੇ ਇਹ ਕੰਮ ਕੀਤਾ ਸੀ। ਹੁਣ ਉਹ ਕਾਬੀਲ ਜਿੰਨੇ ਇਹੋ ਜਿਹੇ ਕਾਤਲ ਨੇ, ਜ਼ੁਲਮ ਕਰਦੇ ਨੇ, ਉਹ ਕਾਬੀਲ ਹੀ ਬਣਨਗੇ ਨਾ ਫਿਰ ਉਹ ਖੈਰ ਉਸ ਤੋਂ ਬਾਅਦ ਪਛਤਾਇਆ ਵੀ ਉਹ ਸਹੀ। ਔਰ ਫਿਰ ਲੱਭਦਾ ਫਿਰ ਵੀ ਇਹ ਹੁਣ ਮੈਂ ਹਬੀਲ ਨੂੰ ਮਾਰਿਆ ਤੇ ਇਹਨੂੰ ਮੈਂ ਕੀ ਕਰਾਂ, ਕਿਉਂਕਿ ਪਤਾ ਹੀ ਨਹੀਂ ਸੀ। ਤਾਂ ਫਿਰ ਕਾਂ ਵੱਲ ਵੇਖਿਆ ਉਹਨੇ ਵੀ ਕਾਂ ਨੇ ਆਪਣੇ ਨਾਲ ਦੇ ਨੂੰ ਮਾਰ ਕੇ ਤੇ ਉਹਨੂੰ ਕੋ ਦੱਬਣ ਦੁੱਬਣ ਡਿਆ ਸੀ ਜ਼ਮੀਨ 'ਚ। ਉਹ ਫਿਰ ਅਭੀ ਜਿਹੜਾ ਹਬੀਲ ਹੈ ਨਾ, ਉਹਨੇ ਜ਼ਮੀਨ 'ਚ ਦੱਬਤਾ ਤੇ ਆਪ ਇਹ ਤਾਂ ਜੰਗਲਾਂ ਜੁਗਲਾਂ ਵਾਲੇ ਪਾਸੇ ਨਿਕਲ ਗਿਆ। ਉਹ ਜਿਹੜਾ ਪੇਸ਼ਾ ਸੀ, ਬਾਬਾ ਜੀ ਦਾ ਜਿਹੜਾ ਪੇਸ਼ਾ ਸੀ, ਬਾਬਾ ਜੀ ਦਾ ਜਿਹੜਾ ਨਾ ਉਹ ਇਹ ਸੀ ਕਿ ਉਹ ਆਮ ਤੌਰ ਤੇ ਤਾਰੀਖ ਦੱਸਦੀ ਹੈ ਕਿ ਉਹ ਇੱਕ ਹਾਰਟੀਕਲਚਰਿਸਟ ਦੀ ਡਿਊਟੀ ਸੀ। ਉਹਨਾਂ ਨੂੰ ਵੀ ਬਾਗਬਾਨੀ ਮਾਲੀ ਕਹਿ ਲਓ, ਕਿ ਉਹ ਜਿਹੜਾ ਨਾ ਬਾਗ ਬੂਗ ਜਿਹੜਾ ਲਾਉਂਦੇ ਸਨ ਤੇ ਉਹਦਾ ਧਿਆਨ ਰੱਖਦੇ ਸਨ। ਦੂਸਰੀ ਇੱਕ ਡਿਊਟੀ ਹੋਰ ਉਹਨਾਂ ਦੀ ਲੱਗੀ ਕਿ ਜਿੰਨੇ ਵੀ ਜਾਨਵਰ ਨੇ ਉਹਨਾਂ ਜਾਨਵਰਾਂ ਦੇ ਨਾਂ ਤੁਸੀਂ ਰੱਖੋ। ਤੇ ਅਗਰ ਤੁਸੀਂ ਅੱਜ ਕੱਲ੍ਹ ਦੀ ਜ਼ੁਬਾਨ 'ਚ, ਸਾਇੰਸ ਦੀ ਜ਼ੁਬਾਨ 'ਚ ਗੱਲ ਕਰੋ, ਤੇ ਫਿਰ ਬਾਬਾ ਜੀ ਇੱਕ ਤੇ ਹੋ ਗਏ ਬਾਗਬਾਨ ਵੀ ਹਾਰਟੀਕਲਚਰਿਸਟ ਹੈ, ਤੇ ਦੂਸਰੇ ਜਾਨਵਰਾਂ ਦੇ ਨਾਂ ਉਹਨਾਂ ਰੱਖੇ। ਤੇ ਨਾਂ ਰੱਖਣ ਦੀ ਵਜ੍ਹਾ ਤੋਂ ਜ਼ੂਲੋਜਿਸਟ ਵੀ ਉਹ ਹੋ ਗਏ। ਬਹਰਹਾਲ ਫਿਰ ਉਸ ਤੋਂ ਬਾਅਦ ਬਾਬਾ ਜੀ ਤੇ ਇਹ ਕੰਮ ਕਰਦੇ ਰਹੇ, ਤੇ ਜਿਹੜੀ ਖੇਤੀਬਾੜੀ ਦਾ ਕੰਮ ਹੈ ਨਾ, ਉਹ ਕਾਬੀਲ ਨੇ ਕੀਤਾ ਫਿਰ। ਤੇ ਜਿਹੜਾ ਹਾਬੀਲ ਸੀ ਉਹ ਭੇਡਾਂ ਚਾਰਦਾ ਸੀ, ਉਹਨੇ ਆਪਣੇ ਰੱਖੇ ਹੁਣ ਕੋਈ ਇੱਜੜ ਰੱਖਿਆ ਸੀ। ਇਹ ਉਹਨਾਂ ਦਾ ਰੋਜ਼ਗਾਰ ਸੀ ਉਸ ਜ਼ਮਾਨੇ ਵਿੱਚ। ਇਹ ਤਾਰੀਖ ਗਾਂ ਵੱਧਦੀ ਗਈ, ਵੱਧਦੀ ਗਈ, ਵੱਧਦੀ ਗਈ। ਇਹਦੇ ਵਿੱਚ ਕਈ ਚੀਜ਼ਾਂ ਫਿਰ ਆਉਂਦੀਆਂ ਰਹੀਆਂ ਕਿ ਲੇਕਿਨ ਸਹੀ ਜਿਹੜੀ ਤਾਰੀਖ ਬਣਦੀ ਹੈ ਨਾ, ਉਹ ਤਾਰੀਖ ਤੇ ਆ ਕੇ ਫਿਰ ਜਦੋਂ ਉਸ ਤੋਂ ਬਾਅਦ 1000 ਸਾਲ ਤੋਂ ਬਾਅਦ ਬਾਬਾ ਜੀ ਨੂੰਹ ਆ ਜਾਂਦੇ ਨੇ। ਬਾਬਾ ਜੀ ਨੂੰਹ ਦੀ ਗੱਲ ਜਿਹੜੀ ਅਸੀਂ ਫੇਰ ਕਰ ਲਾਂਗੇ। ਇਹ ਵੀ ਮੈਨੂੰ ਸਵਾਲ ਪੁੱਛਦਾ ਰਿਹਾ ਅੱਜ ਚਾਚੇ ਨੂੰ, ਗੂਗਲ ਨੂੰ, ਕਿ ਭਾਈਆ ਇਹ ਵੀ ਦੱਸ ਸਾਨੂੰ ਕਿ ਵੀ ਇਹ ਬਾਬਾ ਜੀ ਤੇ ਜਿਹੜੀ ਇੰਨੀ ਔਲਾਦ ਸੀ, ਉਹ ਕਿੱਥੇ ਕਿੱਥੇ, ਕਿਹੜਾ ਕਿਹੜਾ ਟੱਬਰ ਕਿੱਥੇ ਗਿਆ, ਕਿਹੜੇ ਮੁੰਡੇ ਦੀ ਔਲਾਦ ਕਿੱਥੇ ਗਈ। ਵੀ ਸਾਰੇ ਜਿੰਨੇ ਹੁਣ ਸੱਤਾਂ ਬਰਰੇ ਆਜ਼ਮਾਂ 'ਚ ਵੱਸਦੇ ਨੇ, ਜਿਹੜਾ ਸ਼ਮਾਲੀ ਅਮਰੀਕਾ ਤੇ ਜਨੂਬੀ ਅਮਰੀਕਾ ਤੇ ਫਿਰ ਏਸ਼ੀਆ ਤੇ ਫਿਰ ਦੂਸਰਾ ਤੁਹਾਡਾ ਅਫਰੀਕਾ, ਤੇ ਇਸੇ ਤਰ੍ਹਾਂ ਬਾਕੀ ਵੀ ਜਿਹੜੇ ਹੈਗੇ ਨੇ, ਇਹ ਔਲਾਦਾਂ ਕਿੰਨਾਂ ਦੀਆਂ ਨੇ। ਇਹ ਹੈ ਤੇ ਜ਼ਾਹਿਰ ਹੈ ਬਾਬਾ ਜੀ ਤੇ ਉਹ ਸਿਲੋਨ ਦੇ ਪਹਾੜ ਤੇ ਉਤਰੇ ਜਿਹਨੂੰ ਸ੍ਰੀਲੰਕਾ ਆਂਦੇ ਨੇ। ਉਸ ਤੋਂ ਬਾਅਦ ਚੱਲ ਦੁਨੀਆ ਵਧਣ ਲੱਗ ਪਈ, ਤੇ ਫਿਰ 1000 ਸਾਲ ਬਾਬਾ ਜੀ ਰਹੇ, ਤੇ ਉਸ ਤੋਂ ਬਾਅਦ ਨੂਹ ਅਲੈਹਿਸਲਾਮ ਆ ਗਏ। ਉਹ ਤੇ ਫਿਰ ਉਦੋਂ ਇੱਕ ਵਾਰੀ ਫਿਰ ਪਿਛਲੀ ਜਿਹੜੇ ਜਿੰਨੇ ਸਨ ਨਾ ਬਾਬਾ ਜੀ ਨੂਹ ਤੋਂ ਪਹਿਲੋਂ, ਉਹਨਾਂ ਸਾਰਿਆਂ ਨੂੰ ਤੇ ਸਜ਼ਾ ਕੀਤੀ, ਤੇ ਉਹ ਚੰਗਾ ਉਹਨਾਂ ਨੂੰ ਰਗੜਾ ਦਿੱਤਾ, ਤੇ ਹਰ ਸ਼ਾਹੀ ਮੁੱਕ ਗਈ। ਸਵਾਏ ਉਹ ਗੱਲ ਕਰਾਂਗੇ ਬਾਬੇ ਨੂਹ ਦੀ ਵੀ, ਕਿ ਉਹਨਾਂ ਨੇ ਫਿਰ ਇੱਕ ਇੱਕ ਜੋੜਾ ਅੱਲਾਹ ਤਾਲਾ ਨੇ ਹੁਕਮ ਦਿੱਤਾ ਤੇ ਆਪਣੇ ਰੱਖ ਲਓ ਕਸ਼ਤੀ 'ਚ, ਉਹ ਬਚ ਗਏ। ਤੇ ਬਾਕੀ ਜਿਹੜੇ ਨੇ ਉਹ ਟੁਰ ਗਏ। ਪਰ ਇਹ ਸੀ ਬਾਬਾ ਜੀ ਆਦਮ ਦੀ ਕਹਾਣੀ ਸਾਰੀ ਜਿਹੜੀ ਹੈ ਨਾ। ਹੁਣ ਇਹ ਕਹਾਣੀ ਇੱਥੋਂ ਤੱਕ ਬਸ ਚੇਤਾ ਰੱਖੋ ਤੁਸੀਂ, ਮੋਟੀਆਂ ਮੋਟੀਆਂ ਗੱਲਾਂ ਵੀ 1300 ਅਰਬ ਸਾਲ ਪਹਿਲੋਂ ਇਹ ਦੁਨੀਆ ਦੀ ਤਖਲੀਕ ਹੋਈ। ਔਰ ਉਹ ਤਖਲੀਕ ਜਿਹੜੀ ਹੈ ਇੱਕ ਨੁਕਤੇ ਤੋਂ ਹੋਈ, ਇੱਕ ਖਿੱਦੂ ਤੋਂ ਹੋਈ, ਜਿਹਨੂੰ ਫੈਲਾ ਦਿੱਤਾ ਗਿਆ। ਤੇ ਫਿਰ ਕਈ ਸਾਲਾਂ ਬਾਅਦ ਹੁਣ 13 ਅਰਬ ਸਾਲ ਤੇ ਕਾਇਨਾਤ ਬਣੀ ਨੂੰ ਲੱਗ ਗਏ ਨੇ, ਇਹ ਜਿਹੜਾ ਰਿਪੋਰਟ ਹੋਇਆ। ਤੇ ਬਾਕੀ ਜਿਹੜੀ ਬਾਬਾ ਜੀ ਨੂੰ ਤੇ ਕੱਲ੍ਹ ਦੀਆਂ ਗੱਲਾਂ ਨੇ 6000 ਸਾਲ ਪਹਿਲੇ, ਹਜ਼ਰਤ ਈਸਾ ਅਲੈਹਿਸਲਾਮ ਤੋਂ ਪਹਿਲੋਂ, ਤੇ 2000 ਤੋਂ ਬਾਅਦ ਕਹਿ ਲਓ 8000 ਸਾਲ ਹੋਏ ਨੇ। ਤੇ 8000 ਤੇ 13 ਅਰਬ ਦਾ ਤੇ ਬੜਾ ਹੀ ਫਰਕ ਹੈਗਾ ਨਾ। ਤੇ ਇਹਦਾ ਮਤਲਬ ਦੁਨੀਆ ਬਣੀ ਤੇ ਬੜੀ ਪੁਰਾਣੀ ਹੈ। ਬਹਰਹਾਲ ਫਿਰ ਬਾਬਾ ਜੀ ਜਿਹੜਾ ਲੇਟ ਆਏ,
ਦਰਮਿਆਨ ਚ ਕੀ ਹੁੰਦਾ ਰਿਹਾ, ਸਾਡੇ ਕੋਲ ਕੋਈ ਉਹਦਾ ਇਹਦੇ ਚ ਐਵੇਂ ਗੱਪਾਂ ਬੰਦਾ ਮਾਰਦਾ ਰਹੇ ਤੇ ਮਾਰਦਾ ਰਹੇ, ਟੇਵੇ ਲਾਉਂਦਾ ਰਹੇ, ਗਵੇੜ ਲਾਉਂਦਾ ਰਹੇ ਤੇ ਗੱਲ ਹੋ ਰਹੇ, ਹੋਰ ਕੋਈ ਰਿਕਾਰਡ ਸ਼ਿਕਾਰਡ ਇਹਦੇ ਵਿੱਚ ਨਾ ਕਿਤੇ ਪ੍ਰਿੰਟਡ ਹੈਗਾ ਕੋਈ। ਐਸਾ ਲੱਗਦਾ ਬਸ ਉਹੀ ਗੱਲ ਵੀ ਆ, ਪੱਥਰ ਪੁਰਾਣਾ ਹੋਏਗਾ, ਇਹ ਜਿਹੜੀ ਹੱਡੀ ਹੈ ਇੰਨੀ ਪੁਰਾਣੀ ਹੋਏਗੀ, ਇਹ ਸਾਰੀਆਂ ਗੱਲਾਂ ਹੋਣਗੀਆਂ, ਲੇਕਿਨ ਇਹ ਐਸੀ ਕੋਈ ਗੱਲ ਨਹੀਂ। ਹੁਣ ਇਹ ਤੇ ਜਦੋਂ ਤਾਰੀਖ ਮਾਡਰਨ ਆਣੀ ਸ਼ੁਰੂ ਹੋਏਗੀ ਨਾ, ਜਦੀਦ ਤਾਰੀਖ ਜਿਹਨੂੰ ਕਹਿੰਦੇ ਨੇ ਕਿ ਤਹਿਜ਼ੀਬਾਂ, ਇਹ ਤਹਿਜ਼ੀਬਾਂ ਜਦੋਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਨਾ, ਉਹਨਾਂ ਤਹਿਜ਼ੀਬਾਂ ਦੀ ਗੱਲ ਜਿਹੜੀ ਫਿਰ ਮੈਂ ਕਰਾਂਗਾ। ਉਹ ਤਹਿਜ਼ੀਬਾਂ ਆਮ ਤੌਰ ਤੇ ਹਜ਼ਰਤ ਇਬਰਾਹੀਮ ਅਲੈਹਿਸਲਾਮ ਦੇ ਵਕਤ ਤੋਂ ਸ਼ੁਰੂ ਹੁੰਦੀਆਂ ਨੇ, ਤੇ ਅੱਜ ਦੀ ਬਸ ਆਈ ਚਾਰ ਗੱਲਾਂ ਸਨ ਜਿਹੜੀਆਂ ਮੈਂ ਕਰਨੀਆਂ ਤੁਹਾਡੇ ਨਾਲ, ਤੇ ਇਹਨਾਂ ਨੂੰ ਚੇਤਾ ਰੱਖਿਓ ਜੇ ਕਿ ਹੁਣ ਅਸੀਂ ਅੱਪੜ ਗਏ ਆ ਬਾਬਾ ਜੀ ਨੂਹ ਤੱਕ, ਕਹਿ ਲਓ ਤੁਸੀਂ ਕਿ ਬਾਬਾ ਜੀ ਨੂਹ ਤੋਂ ਹੁਣ ਅਗਲੀ ਜਿਹੜੀ ਵੀਲੌਗ ਹੈ ਨਾ, ਉਹ ਇਨਸ਼ਾਅੱਲਾ ਅਸੀਂ ਉਹ ਤੋਂ ਸ਼ੁਰੂ ਕਰਾਂਗੇ। ਉਨੀ ਦੇਰ ਆਪਣਾ ਧਿਆਨ ਰੱਖਿਓ ਤੇ ਦੁਆ ਸ਼ੁਆ ਕਰਿਓ ਤੇ ਜੁੜ ਕੇ ਰਿਹਾ ਕਰੋ, ਜਿਹੜੀ ਨੇਕੀ ਕੋ ਹੋ ਸਕਦੀ ਹੈ ਕਰਦੇ ਰਿਹਾ ਕਰੋ, ਮਾੜੇ ਦੇ ਨਾਲ ਖਲੋਇਆ ਕਰੋ। ਅੱਲਾ ਤੁਹਾਡਾ ਭਲਾ ਕਰੇ, ਤੇ ਅੱਲਾ ਸਾਡੇ ਆ ਛੋਟੇ ਛੋਟੇ ਅਮਲਾਂ ਨੂੰ ਕਬੂਲ ਕਰਕੇ ਤੇ ਸਾਨੂੰ ਮਾਫੀਆਂ ਦੇ ਛੜੇ ਆ। ਅਸੀਂ ਰਹਿਣਾ ਤਾਂ ਉਹਦੇ ਰਹਿਮ ਦੇ ਸਿਰ ਤੇ ਹੀ ਹੈ ਨਾ। ਇਸ ਵਾਸਤੇ ਚਲੋ ਜੀ, ਫਿਰ ਅੱਲਾ ਦੀ ਸਪੁਰਦ, ਅੱਲਾ ਖੈਰ करे। अल्लाह हाफिज। सलाम अलैकुम रहमतुल्लाहि व बरकातहू।